ਧੰਨ ਗੁਰੂ ਤੇਗ ਬਹਾਦਰ ਜੀ ਨੂੰ 6 ਸਾਲ ਦੇ ਕਰੀਬ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਕੋਲ ਬਿਠਾ ਕੇ ਗੁਰਬਾਣੀ ਦੀ, ਗੁਰਮਤ ਦੀ ਤੇ ਸਿੱਖੀ ਕਮਾਣ ਦੀ ਆਪਣੇ ਕੋਲੋਂ ਸਿੱਖਿਆ ਦਿੰਦੇ ਰਹੇ। ਗੁਰਬਾਣੀ ਪੜ੍ਹਾਣੀ ਬਾਬਾ ਬੁੱਢਾ ਸਾਹਿਬ ਜੀ ਦੀ ਜ਼ਿੰਮੇਵਾਰੀ ਸੀ। ਗੁਰੂ ਤੇਗ ਬਹਾਦਰ ਜੀ ਦੇ ਜੀਵਨ ਵਿੱਚ ਬਚਪਨ ਵਿੱਚ ਕੁਝ ਘਟਨਾਵਾਂ ਵਾਪਰਦੀਆਂ ਨੇ ਤੇ ਜਿਹੜੀਆਂ ਬੜੇ ਵੱਡੇ ਅਰਥ ਰੱਖ ਕੇ ਬੈਠੀਆਂ ਨੇ। 4 ਸਾਲ ਦੀ ਉਮਰ ਸੀ ਮੇਰੇ ਗੁਰੂ ਤੇਗ ਬਹਾਦਰ ਕਿਰਪਾਲੂ ਦਾਤਾ ਜੀ ਦੀ ਤੇ ਇਹਨਾਂ ਦੇ ਵੱਡੇ ਭਰਾਤਾ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਵਿਆਹ ਆ ਗਿਆ ਹੈ। ਸਰਦੀ ਦਾ ਮੌਸਮ ਸੀ ਤੇ ਜਦੋਂ ਬਾਬਾ ਗੁਰਦਿੱਤਾ ਸਾਹਿਬ ਜੀ ਦੀ ਬਰਾਤ ਨਿਕਲੀ ਤੇ ਅਨੇਕਾਂ ਪਿੰਡ ਦੇ ਸ਼ਹਿਰ ਦੇ ਲੋਕ ਜਿਹੜੇ ਨੇ ਉਹ ਸੜਕਾਂ ਦੇ ਕਿਨਾਰੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੀ ਬਰਾਤ ਨੂੰ ਦੇਖਣ ਵਾਸਤੇ ਆਏ। ਹਰ ਇੱਕ ਨੇ ਇੱਕ ਦੂਜੇ ਵੱਲ ਧਿਆਨ ਸੀ, ਪਰ 4 ਸਾਲ ਦੀ ਉਮਰ ਹੈ ਗੁਰੂ ਤੇਗ ਬਹਾਦਰ ਜੀ ਦੀ। ਬਰਾਤ ਵਿੱਚ ਗਏ ਨੇ, ਮਾਤਾ ਨਾਨਕੀ ਨੇ ਕੀਮਤੀ ਪੋਸ਼ਾਕ ਪਾਈ, ਉਸ ਵੇਲੇ ਗਹਿਣੇ ਵੀ ਕੀਮਤੀ ਪਾਏ ਤੇ ਧੰਨ ਗੁਰੂ ਤੇਗ ਬਹਾਦਰ ਜੀ ਦਾ ਧਿਆਨ ਕਿਸੇ ਹੋਰ ਪਾਸੇ ਨਹੀਂ। ਸੜਕ ਤੇ ਖਲੋਤੇ ਹੋਏ ਛੋਟੇ ਛੋਟੇ ਬੱਚਿਆਂ ਨੂੰ ਦੇਖਦੇ ਨੇ ਤੇ ਉਹਦੇ ਵਿੱਚ ਇੱਕ ਮਾਸੂਮ ਬੱਚਾ ਉਹਨਾਂ ਦੀ ਉਮਰ ਜਿਤਨਾ ਉਹਦੇ ਕੋਲ ਜਾ ਗਏ ਕਿ ਦੇਖਿਆ ਉਹਦੇ ਤਨ ਢੱਕਣ ਨੂੰ ਕੋਈ ਗਰਮ ਬਸਤਰ ਨਹੀਂ, ਠੰਡ ਦੇ ਨਾਲ ਉਹ ਕੰਬ ਰਿਹਾ ਹੈ, ਦੰਦ ਤੇ ਦੰਦ ਵੱਜਦੇ ਨੇ ਤੇ ਗੁਰੂ ਤੇਗ ਬਹਾਦਰ ਜੀ ਕੋਲ ਖੜੇ ਹੋ ਗਏ ਤੇ ਇਹ ਸ਼ਬਦ 4 ਸਾਲ ਦੀ ਉਮਰ ਵਿੱਚ ਕਿਹਾ। ਕਹਿਣ ਲੱਗੇ ਇੰਨੀ ਠੰਡ ਪੈ ਰਹੀ ਹੈ, ਇੰਨੀ ਸਰਦੀ ਪੈ ਰਹੀ ਹੈ ਕਿ ਤੇਰੀ ਮਾਤਾ ਨੇ, ਤੇਰੀ ਮਾਂ ਨੇ ਤਨ ਢੱਕਣ ਨੂੰ ਬਸਤਰ ਨਹੀਂ ਦਿੱਤਾ। ਤੇ ਉਸ ਬੱਚੇ ਦਾ ਅੱਗੋਂ ਉੱਤਰ ਸੀ, ਕੌਣ ਮਾਂ ਹੈ ਜਿਹੜੀ ਇਹ ਨਹੀਂ ਚਾਹੁੰਦੀ ਕਿ ਮੇਰੇ ਬੱਚੇ ਨੂੰ ਸੋਹਣੀ ਪੋਸ਼ਾਕ ਮਿਲੇ, ਮੇਰੇ ਪੁੱਤਰ ਨੂੰ ਸੋਹਣੀ ਖੁਰਾਕ ਮਿਲੇ, ਮੇਰੇ ਪੁੱਤਰ ਨੂੰ ਤਨ ਢੱਕਣ ਵਾਸਤੇ, ਸਰੀਰ ਢੱਕਣ ਲਈ ਬਸਤਰ ਮਿਲ ਜਾਣ। ਮਾਂ ਤਾਂ ਚਾਹੁੰਦੀ ਹੈ ਪਰ ਗਰੀਬੀ ਇਤਨੀ ਹੈ ਕਿ ਘਰ ਦੀ ਰੋਟੀ ਬੜੀ ਮੁਸ਼ਕਲ ਨਾਲ ਚੱਲਦੀ ਏ, ਸਾਨੂੰ ਗਰੀਬਾਂ ਨੂੰ ਗਰਮ ਕੱਪੜੇ ਕਿੱਥੋਂ ਨਸੀਬ ਹੋਣੇ ਨੇ। ਧੰਨ ਗੁਰੂ ਤੇਗ ਬਹਾਦਰ ਜੀ ਨੇ ਸੁਣਿਆ ਤੇ ਸਿੱਖ ਇਤਿਹਾਸ ਕਹਿੰਦਾ ਹੈ ਕਿ ਜਿਹੜੇ ਕੀਮਤੀ ਬਸਤਰ ਧੰਨ ਗੁਰੂ ਤੇਗ ਬਹਾਦਰ ਜੀ ਨੇ ਤਨ ਦੇ ਉੱਪਰ ਓਢੇ ਸਨ, ਉਹ ਕੀਮਤੀ ਬਸਤਰ ਉਤਾਰ ਕੇ ਉਸ ਬੱਚੇ ਦੇ ਤਨ ਤੇ ਪਵਾ ਦਿੱਤੇ। ਕਹਿਣ ਲੱਗੇ ਲੈ ਤੂੰ ਸਰਦੀ ਤੋਂ ਬਚ ਤੇ ਮੈਨੂੰ ਤਾਂ ਮਾਂ ਹੋਰ ਸਿਲਾ ਕੇ ਦੇ ਦੇਗੀ। ਬਰਾਤ ਅੱਗੇ ਨੂੰ ਚਲੀ ਗਈ ਤੇ 4 ਸਾਲ ਦੀ ਉਮਰ ਵਿੱਚ ਗਰੀਬਾਂ ਤੇ ਤਰਸ ਖਾਣ ਵਾਲਾ, ਨਗੇਜ ਨੂੰ ਢੱਕਣ ਵਾਲਾ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਵਾਪਸ ਆਏ। ਮਾਤਾ ਨਾਨਕੀ ਜੀ ਨੇ ਪੁੱਛਿਆ, ਲਾਲ ਜੀ ਕਿ ਕੀਮਤੀ ਪੁਸ਼ਾਕ ਕਿਹੜੀ ਥਾਂ ਤੇ ਛੱਡ ਆਏ? ਪਹਿਲਾਂ ਖਾਮੋਸ਼ ਹੋ ਗਏ, ਫਿਰ ਪੁੱਛਿਆ, ਪੁੱਤਰ ਇੰਨੇ ਕੀਮਤੀ ਬਸਤਰ ਕਿਸ ਨੂੰ ਦਿੱਤੇ? ਤੇ ਕਹਿੰਦੇ ਨੇ ਗੰਭੀਰਤਾ ਵਿੱਚ ਆ ਕੇ ਕਿਹਾ, ਮਾਂ ਸੱਚ ਜਾਣੀ ਕਿਸੇ ਦਾ ਨਗੇਜ ਮੇਰੇ ਤੋਂ ਦੇਖਿਆ ਨਹੀਂ ਜਾਂਦਾ, ਕਿਸੇ ਦੇ ਨਗਨ ਤਨ ਨੂੰ ਮੈਂ ਦੇਖ ਨਹੀਂ ਸਕਦਾ। ਬਰਾਤ ਵਿੱਚ ਚਲੀ ਜਾ ਰਹੀ ਸੀ, ਇੱਕ ਗਰੀਬ ਜਿਹਾ ਬੱਚਾ ਜਿਹਦੇ ਤਨ ਉੱਪਰ ਬਸਤਰ ਨਹੀਂ, ਮੈਂ ਉਹਦੇ ਤੋਂ ਪੁੱਛਿਆ ਤੇ ਕਹਿੰਦਾ ਸੀ ਘਰ ਦੀ ਰੋਟੀ ਮੁਸ਼ਕਲ ਨਾਲ ਚੱਲਦੀ ਹੈ, ਬਸਤਰ ਕਿਸ ਨੇ ਲੈ ਕੇ ਦੇਣੇ ਨੇ ਗਰਮ? ਮਾਂ ਮੈਨੂੰ ਤਾਂ ਤੂੰ ਹੋਰ ਬਸਤਰ ਵੀ ਸਲਾਹ ਦੇਂਗੀ, ਪਰ ਉਸ ਗਰੀਬ ਬੱਚੇ ਨੂੰ ਕਿੰਨੇ ਬਸਤਰ ਲੈ ਕੇ ਦੇਣੇ ਸਨ। ਗੱਲ ਸਿਰਫ ਕੱਪੜਿਆਂ ਦੀ ਨਹੀਂ, ਇੱਥੇ ਥੋੜਾ ਜਿਹਾ ਅਟਕਿਓ। ਦੇਖੋ ਇੱਕ ਬੰਦੇ ਦਾ, ਇੱਕ ਬੱਚੇ ਦਾ ਤਨ ਨਗਨ ਦੇਖਿਆ ਤੇ ਗੁਰੂ ਤੇਗ ਬਹਾਦਰ ਜੀ ਤੋਂ ਰਿਹਾ ਨਾ ਗਿਆ। ਆਪਣੇ ਸਰੀਰ ਦੇ ਉੱਤੇ ਪਏ ਕੋਈ ਕੱਪੜੇ, ਆਪਣੇ ਤਨ ਦੇ ਉੱਪਰ ਓਢੇ ਕੋਈ ਬਸਤਰ ਉਤਾਰ ਕੇ ਉਸ ਬੱਚੇ ਦੇ ਤਨ ਨੂੰ ਢੱਕ ਦਿੱਤਾ। ਜਿਸ ਦਿਨ ਬੱਚੇ ਨੂੰ ਦੇਖਿਆ, ਆਪਣੇ ਕੱਪੜਿਆਂ ਨਾਲ ਉਹਦੇ ਤਨ ਨੂੰ ਢੱਕਿਆ ਤੇ ਜਿਸ ਦਿਨ ਹਿੰਦੁਸਤਾਨ ਦੀ ਧਰਤੀ ਤੇ ਦੇਖਿਆ ਵੀ ਤਿਲਕ, ਜੰਨੂ, ਇੱਥੋਂ ਦੀਆਂ ਬਹੁ ਬੇਟੀਆਂ ਦੀ ਪੱਤ ਨੂੰ ਕੋਈ ਨਗੇਜ ਪਿਆ ਕਰਦਾ ਹੈ, ਤੇ ਉਦਨ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਤਨ ਦੀ ਚਾਦਰ ਬਣਾ ਕੇ ਸਾਰੇ ਹਿੰਦੁਸਤਾਨ ਨੂੰ ਢੱਕ ਦਿੱਤਾ। ਕਿਉਂਕਿ ਗੁਰੂ ਤੇਗ ਬਹਾਦਰ ਨਗੇਜ ਨਹੀਂ ਦੇਖ ਸਕਦੇ। ਜੇ ਬਸਤਰ ਦੀ ਲੋੜ ਪਈ, ਤਨ ਬਸਤਰ ਨਾਲ ਢੱਕਿਆ, ਤੇ ਜੇ ਕਿਸੇ ਨੂੰ ਧਰਮ ਨੂੰ ਢੱਕਣ ਦੀ ਲੋੜ ਪਈ ਤੇ ਆਪਣੇ ਤਨ ਦੀ ਚਾਦਰ ਬਣਾ ਕੇ ਉਸ ਧਰਮ ਦੀ ਪੱਤ ਹੀ ਸਦਾ ਲਈ ਢੱਕ ਦਿੱਤੀ। ਗੁਰੂ ਤੇਗ ਬਹਾਦਰ ਉਹਨਾਂ ਦੀ ਜ਼ਿੰਦਗੀ ਵਿੱਚ ਬਚਪਨ ਵਿੱਚ ਇੱਕ ਹੋਰ ਘਟਨਾ ਵਾਪਰੀ ਹੈ।
जिन्हें अत दा गंभीर कर दिता। वो घटना सी कि अपनियां अखां दे सामने मैं थोड़ा जिहा इतिहासक नुकता अपना लै रहा, क्योंकि तुसी गुरु तेग बहादुर जी दे जीवन, उन्हां दी शहादत, उन्हां दी बाणी सुनने वास्ते इकत्तर होए। साहब गुरु तेग बहादुर जी दे जीवन विच बाल उम्र विच एक होर घटना वापरी है कि वड्डे भराता बाबा अटल राय जी, जिन्हां दी उम्र आरबला उस वेले तकरीबन 9 कुछ साल दी सी। देखो गुरु कियां दे कोल किन्नी कु बरकत है। ते अज आपां हरमंदर साहिब जाने आ ते सब चों उच्ची इमारत उस कंपलैक्स विच जै है ते ओ वे बाबा अटल जी दी यादगारी विच बनिया होया गुरुद्वारा। धन गुरु तेग बहादुर जी दे जीवन विच इस घटना ने होर भी गंभीरता पैदा कर दिती। गुरु तेग बहादुर जी ने अपनियां अखां नाल देखिया कि 9 साल दे बाबा अटल जी जिस दिन रात मीटी दे के मोहन दे सिर वापस आए ते सवेरे घरों तैयार होके खेलन नूं गए ते जाके उस मोहन दे दरवाजे ते आवाज़ दिती ते कहन लगे उठ कि आ मेरी वारी दे। रात तू वारी तेरे सिर सी, मीटी तेरे सिर सी, तू सौ गया, उठ। अपनी कीती कोई जबान तो हुण फिर ना। पर असल विच उस बच्चे मोहन नूं रात सप डंग मार गया ते ओदी मौत हो चुकी सी। गुरमुखो इतिहास दे पन्नियां उत्ते आपां ये बचन पढ़ने आ, इहदा मतलब ये नहीं कि गुरु पुत्र दा इतिहास आपां लुकाईए, बिल्कुल नहीं। दरवाजे ते खलो के क्या कि माई अपने पुत्र नूं उठा ते ओनू कह मेरी रात दी वारी मेरी मीठी दे। मां पुत्र दे विछोड़े विच रोंदी पई सी ते कोल आके कहन लगी, हे गुरु के लाल, हे धन गुरु हरगोबिंद साहिब दे साहिबजादे, मोहन दी मौत हो चुकी है। कहन लगे माई तू झूठ बोलनी है, वो तां सुता है, ओनू आवाज़ मार ते ओनू कह दे अटल अपनी वारी अपनी मीटी लैण आया है। ते उस वक्त उस माई ने हथ जोड़ के कहा कि बाबा जी मैं आवाज़ देंदी सां जदों शरीरक तौर ते सौंदा सी, मेरी आवाज़ नूं सुन के नींद भी सुता होया उठ सकदा है ते अज जिहड़ी गूढ़ी नींद भी सौ गया है, उत्थे तां आवाज़ केवल तेरे बापू दी ही पहुँच सकदी है। उत्थे साडियां आवाज़ां नहीं, उत्थे तां आवाज़ किसे कमाई वाले दी पहुँचे। अंदर गए, खूंडी हत्थ विच पकड़ी ते गल विच पा के खूंडी उठ के कहन लगे उठ मेरी मीठी दे, मेरी वारी दे, तू घेस वट के सुता है। उस वेले वो बच्चा उठ खलोता। बाबा अटल जी खेलते रहे ते जदों 6वें पातशाह जी नूं पता लगा, शाम नूं बुला के कहंदे ने बेटा हुण एक म्यान विच 2 तलवारां नहीं रह सकदियां। सच्चे पातशाह क्यों? कहन लगे रब दी कीती विच दखल नहीं दईदा, परमात्मा दे हुक्म दे सामने अपनियां गल्लां नहीं चलाईदियां। सच्चे पातशाह होया कि कहन लगे अज उस बच्चे नूं तू जिंदियां करके आया है, कल नूं बादशाहां दे अमीरां वजीरां दे पुत्तर धी मरनगे ते इत्थे लोक मंजियां लै के बच्चियां दियां आ जाणगे। हुण जां तुसी तन विच रहोगे जां असीं रहांगे। बाबा अटल जी घर नहीं गए। जिस थां ते असीं उन्हां दा अस्थान देखने आ कि पिता सतगुरु जी किरपा करो मेरे तो भुल हो गई, मैनू बख्श लवो। आए उस अस्थान दे ऊपर बस्तर ले ते बाबा अटल जी ने अपने अंदर नूं उस परिपूर्ण परमेश्वर विच मिला दिता। 9 साल दी उम्र बाबा अटल राय जी दी जिस दिन वो चलाना कर गए, गुरु तेग बहादुर जी दे वड्डे भरातां ने बाबा अटल जी, क्योंकि माता नानकी दी कुख विचों 2 पुत्र ने, वड्डे ने बाबा अटल जी ते छोटे ने गुरु तेग बहादुर जी। जदों बाबा अटल जी नूं अपनियां अखां सामने संसार तो कूच करदियां देखिया ते गुरु तेग बहादुर जी उपर इतना कु असर होया कि गुरु तेग बहादुर उस दिन तो बाद होर भी गंभीरता भी चले गए, चुप रहना शुरू कर दिता। अमृतसर दी धरती ते रहिंदियां बाल उम्र हजूर दी बतीत होई है। इत्थे एक बचन बड़ा सोहना इतिहासकार कहंदे ने कि गुरु तेग बहादुर कदी किसे नाल ज्यादा नहीं सन बोलदे,
ਗੁਰੂ ਤੇਗ ਬਹਾਦਰ ਕਦੀ ਕਿਸੇ ਨਾਲ ਖਿੜ ਖੜਾ ਕੇ ਖਸੇ ਨਹੀਂ ਸਨ। ਤੇ ਇੱਕ ਵਿਦਵਾਨ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਜਦੋਂ ਤੇਰੇ ਅੰਮ੍ਰਿਤ ਬਚਨ ਮੈਂ ਪੜ੍ਹਨਾ ਵਾ ਗੁਰੂ ਗ੍ਰੰਥ ਸਾਹਿਬ ਵਿੱਚੋਂ, ਤੁਸੀਂ ਤਾਂ ਸੋਹਿਲੇ ਰੱਬ ਦੇ ਗਾਏ ਤੇ ਜਾਂ ਮੌਤ ਨੂੰ ਆਵਾਜ਼ਾਂ ਮਾਰੀਆਂ। ਇੰਨੀ ਗੰਭੀਰਤਾ, ਇੰਨਾ ਬੈਰਾਗ ਤੁਹਾਡੇ ਅੰਦਰ ਕਿ ਗੁਰੂ ਤੇਗ ਬਹਾਦਰ ਕਦੀ ਤੁਸੀਂ ਚੰਚਲਤਾਈ ਵਿੱਚ ਖਸੇ ਨਹੀਂ ਹੋਵੋਗੇ, ਕਦੀ ਤੂੰ ਉੱਚਾ ਖਿੜ ਖੜਾ ਕੇ ਨਹੀਂ ਹੱਸੇ ਹੋਵੋਗੇ। ਅੱਤ ਦੇ ਗੰਭੀਰ ਨੇ ਤੇ ਚੁੱਪ ਰਹਿੰਦੇ ਨੇ। ਤੇ ਗੁਰੂ ਤੇਗ ਬਹਾਦਰ ਜੀ ਦਾ ਨੇਮ ਕੀ ਹੈ ਕਿ ਗੁਰੂ ਸੰਗਤ ਵਿੱਚ ਆਉਣਾ ਤੇ ਨੀਵੀਂ ਪਾ ਕੇ ਸੰਗਤ ਵਿੱਚ ਪਿੱਛੇ ਬੈਠ ਜਾਣਾ। ਉਹਨਾਂ ਦਾ ਨੇਮ ਹੈ ਕਿ ਜੇ ਇਕਾਂਤ ਵਿੱਚ ਨੇ ਤੇ ਕੇਵਲ ਅੰਤਰਮੁਖੀ ਹੋ ਕੇ ਪਿਆਰੇ ਦੇ ਨਾਮ ਨਾਲ ਜੁੜੇ ਰਹਿਣ। ਕੋਈ ਸਮਾਂ ਐਸਾ ਨਹੀਂ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਹਿਰਦੇ ਵਿੱਚੋਂ ਪਰਮਾਤਮਾ ਦੀ ਯਾਦ ਵਿਸਰੀ ਹੋਵੇ। ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹਨਾ, ਉਹਨਾਂ ਦੇ ਜੀਵਨ ਵਿੱਚ ਸਿਮਰਨ ਤੋਂ ਲੈ ਕੇ ਸ਼ਹਾਦਤ ਤੱਕ ਦਾ ਇੱਕ ਸਫ਼ਰ ਹੈ। ਇਉਂ ਕਹਿ ਲਓ ਕਿ ਇਬਾਦਤ ਗੁਰੂ ਤੇਗ ਬਹਾਦਰ ਜੀ ਦੀ ਨੀਂਹ ਹੈ ਤੇ ਸ਼ਹਾਦਤ ਗੁਰੂ ਤੇਗ ਬਹਾਦਰ ਜੀ ਦਾ ਕਲਸ਼ ਹੈ। ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਿਮਰਨ ਤੋਂ ਲੈ ਕੇ ਸ਼ਹਾਦਤ ਤੱਕ ਦਾ ਇੱਕ ਸਫ਼ਰ ਹੈ। ਗੁਰੂ ਤੇਗ ਬਹਾਦਰ ਜੀ ਨੇ ਹਰ ਵੇਲੇ ਕੇਵਲ ਪਰਮਾਤਮਾ ਦੀ ਯਾਦ, ਪਰਮਾਤਮਾ ਦਾ ਚਿੰਤਨ ਤੇ ਹਰ ਵੇਲੇ ਉਹ ਚੁੱਪ ਰਹਿੰਦੇ ਸਨ। ਗੁਰਮਖੋ, ਚੁੱਪ ਦੋ ਤਰ੍ਹਾਂ ਦੀ ਹੈ। ਦੋ ਇਨਸਾਨ ਚੁੱਪ ਕਰਦੇ ਨੇ। ਇੱਕ ਤਾਂ ਕਪਟੀ ਬੰਦੇ ਨੂੰ ਬਹੁਤ ਚੁੱਪ ਦੇਖੋਗੇ ਤੇ ਇੱਕ ਰੱਬ ਦੇ ਰੰਗ ਵਿੱਚ ਰੱਤੇ ਹੋਏ ਨੂੰ ਚੁੱਪ ਦੇਖੋਗੇ। ਇਹਦਾ ਕਾਰਨ ਹੈ ਕਪਟੀ ਇਨਸਾਨ ਕਦੀ ਆਪਣਾ ਮੂੰਹ ਖੋਲਣ ਨੂੰ ਤਿਆਰ ਨਹੀਂ ਤੇ ਰੱਬ ਦੀ ਬੰਦਗੀ ਕਰਨ ਵਾਲਾ ਉਹ ਅੰਦਰ ਦੇ ਰਸ ਵਿੱਚ ਇੰਨਾ ਮਗਨ ਹੈ, ਉਹਦੇ ਕੋਲ ਵੀ ਸਮਾਂ ਨਹੀਂ ਆਪਣੇ ਮੂੰਹ ਨੂੰ ਖੋਲ੍ਹਣ ਦਾ। ਗੁਰੂ ਤੇਗ ਬਹਾਦਰ ਅੱਤ ਦੇ ਖਾਮੋਸ਼ ਨੇ ਤੇ ਉਹਨਾਂ ਨੇ ਨਾਮ ਨੂੰ ਆਸਰਾ ਬਣਾਇਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਬਚਨ ਕਿਹਾ ਹੈ ਕਿ ਪਿਆਰਿਓ, ਇੱਕ ਨਾਮ ਐਸਾ ਹੈ ਜਿਹੜਾ ਅੰਦਰ ਨੂੰ ਸ਼ਕਤੀ ਤਾਕਤ ਦੇ ਸਕਦਾ ਹੈ। ਸਤਿਗੁਰੂ ਨੇ ਨਾਮ ਦੀ ਉਪਮਾ ਵਿੱਚ ਅਨੇਕਾਂ ਬਚਨ ਕਹੇ, ਪਰ ਚਾਰ ਤੁਕਾਂ ਮੈਂ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਨੀਆਂ ਚਾਹਨਾ। ਸਾਹਿਬ ਕਹਿੰਦੇ ਨੇ ਕਿ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਮੇਰੇ ਮਨਾ, ਉਸ ਪਰਮਾਤਮਾ ਦੇ ਨਾਮ ਨੂੰ ਧਿਆ ਜਿਹੜਾ ਨਾਮ ਸਾਰੀ ਦੁਨੀਆ ਤੇ ਆਪਣਾ ਰਾਜ ਕਾਇਮ ਕਰੀ ਬੈਠਾ ਹੈ। ਕਿਉਂਕਿ ਜਿਸ ਦੇ ਕੋਲ ਨਾਮ ਹੈ ਉਸ ਤੋਂ ਵੱਡਾ ਹੋਰ ਕੋਈ ਸੁਲਤਾਨ ਨਹੀਂ, ਜਿਸ ਕੋਲ ਬੰਦਗੀ ਹੈ ਉਸ ਤੋਂ ਵੱਡਾ ਹੋਰ ਕੋਈ ਬਾਦਸ਼ਾਹ ਨਹੀਂ। ਭਾਈ ਸਾਹਿਬ ਭਾਈ ਨੰਦ ਲਾਲ ਜੀ ਤਾਂ ਕਹਿੰਦੇ ਨੇ ਕਿ ਅਸਮਾਨ ਦੇ ਉੱਪਰ ਚੰਦਰਮਾ ਹੈ, ਧਰਤੀ ਤੇ ਗਹਿਰਾਈ ਵਿੱਚ ਸਮੁੰਦਰ ਹੈ। ਕਹਿੰਦੇ ਨੇ ਜਿਸ ਨੂੰ ਪਰਮਾਤਮਾ ਨੇ ਬੰਦਗੀ ਦਾ ਸਿਮਰਨ ਦਾ ਲਿਬਾਸ ਦੇ ਦਿੱਤਾ, ਆਕਾਸ਼ ਤੋਂ ਲੈ ਕੇ ਪਾਤਾਲ ਤੱਕ ਜਿਤਨੇ ਵੀ ਖਜ਼ਾਨੇ ਨੇ ਉਹਦੇ ਸਾਹਮਣੇ ਹੱਥ ਜੋੜ ਕੇ ਖਲੇ ਹੋ ਜਾਂਦੇ ਨੇ। ਜਿਸ ਕੋਲ ਬੰਦਗੀ ਹੈ, ਅਸਮਾਨ ਤੋਂ ਲੈ ਕੇ ਪਾਤਾਲ ਤੱਕ ਉਹਦਾ ਅੰਦਰੂਨੀ ਰਾਜ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਨੇ ਕਿ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਜਿਸ ਨੂੰ ਰੱਬ ਨੇ ਬੰਦਗੀ ਦਾ ਲਿਬਾਸ ਦੇ ਦਿੱਤਾ, ਦੌਲਤੇ ਅਜ਼ਮਾ ਤਾਂ ਮਾਹੀ ਤਰਾਸਤ, ਉਹਦਾ ਚੰਦਰਮਾ ਤੋਂ ਲੈ ਕੇ ਸਮੁੰਦਰ ਦੀ ਗਹਿਰਾਈ ਤੱਕ ਆਪਣਾ ਰਾਜ ਹੈ। ਗੁਰਮਖੋ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਸ ਨਾਮ ਦੀ ਟੇਕ ਲੈ ਕੇ ਬੈਠੇ ਨੇ ਜਿਹਨੂੰ ਸਾਹਿਬ ਨੇ ਕਿਹਾ ਹੈ, ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜੋ ਅੰਤੀ ਅਵਸਰ ਲੈ ਛਡਾਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੋਗ ਗਵਾਏ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਆਰਾਧ ਸਭਨਾ ਤੇ ਵੱਡਾ, ਸਭ ਨਾਵੇਂ ਅੱਗੇ ਆਨ ਨਿਵਾਹੇ। ਗੁਰੂ ਤੇਗ ਬਹਾਦਰ ਕਿਉਂ ਚੁੱਪ ਨੇ? ਕਿਉਂਕਿ ਉਹ ਅੰਦਰ ਦੇ ਕਿਸੇ ਖਜ਼ਾਨੇ ਨਾਲ ਜੁੜ ਗਏ ਨੇ। ਜਿਸ ਨੂੰ ਗੁਰਮੁਖੋ ਸੱਚਾ ਨਾਮ ਮਿਲ ਜਾਏ, ਉਹਦੀ ਤਾਂ ਆਵਾਜ਼ ਅੰਦਰੋਂ ਬਾਹਰੋਂ ਬੰਦ ਹੈ। ਇਹਦਾ ਕੋਈ ਕਾਰਨ ਹੈ। ਮੈਂ 3-4 ਉਦਾਹਰਨਾਂ ਆਪ ਜੀ ਦੇ ਸਮਕਸ਼ ਦੇਣੀਆਂ ਚਾਹਨਾ। ਗੁਰੂ ਤੇਗ ਬਹਾਦਰ ਜੀ ਦੀ ਚੁੱਪ ਕਪਟ ਵਾਲੀ ਚੁੱਪ ਨਹੀਂ। ਗੁਰੂ ਤੇਗ ਬਹਾਦਰ ਜੀ ਦੀ ਚੁੱਪ ਅੰਦਰ ਦੇ ਖਜ਼ਾਨੇ ਨੂੰ ਪ੍ਰਾਪਤ ਕੀਤੀ ਹੋਈ ਚੁੱਪ ਹੈ। ਮੈਂ 4 ਉਦਾਹਰਨਾਂ ਦੇਣੀਆਂ ਚਾਹਨਾ
ਜਿਨ੍ਹਾਂ ਨੂੰ ਪਰਮਾਤਮਾ ਨੇ ਬਾਹਰ ਦੀ ਚੁੱਪ ਦਿੱਤੀ, ਉਹ ਅੰਦਰ ਦੇ ਕਿਸੇ ਅਮੋਲਕ ਖਜ਼ਾਨੇ ਤੇ ਜਾ ਪਹੁੰਚਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਹੈ, ਉਹ ਕਹਿੰਦੇ ਨੇ ਆਦਮੀ ਦਾ ਮੂੰਹ ਖਾਲੀ ਹੋਵੇ, ਉਹ